ਸੱਚਿਦਾਨੰਦ ਪਰਮਾਤਮਾ ਦੇ ਇਸ ਸੁੰਦਰ ਨੰਦਨ ਵਨ ਵਰਗੇ ਬਾਗ ਵਿੱਚ ਦੁੱਖ ਦਾ ਇੱਕ ਕਣ ਵੀ ਨਹੀਂ। ਦੁਖੀ ਤਾਂ ਅਸੀਂ ਸਿਰਫ ਆਪਣੇ ਦ੍ਰਿਸ਼ਟੀਕੋਣ ਦੇ ਕਾਰਨ ਹੁੰਦੇ ਹਾਂ। ਪਦਾਰਥ, ਵਿਅਕਤੀ ਅਤੇ ਹਾਲਾਤਾਂ ਦਾ ਵਿਗੜਿਆ ਰੂਪ ਦੇਖ ਕੇ ਹੀ ਡਰਦੇ ਹਾਂ ਅਤੇ ਭੈਭੀਤ ਹੁੰਦੇ ਹਾਂ। ਜੇਕਰ ਇਹ ਦ੍ਰਿਸ਼ਟੀ ਦੋਸ਼ ਵਿੱਚ ਸੁਧਾਰ ਹੋ ਜਾਵੇ ਤਾਂ ਝੂਠੇ ਪੁੱਠੇ ਭੁਲੇਖੇ ਦੇ ਕਾਰਨ ਪੈਦਾ ਹੋਈ ਭ੍ਰਾਂਤੀ ਨੂੰ ਦੂਰ ਹੋਣ ਵਿੱਚ ਦੇਰ ਨਾ ਲੱਗੇ ਅਤੇ ਆਤਮਾ ਦੀ ਨਿਰੰਤਰ ਆਨੰਦ ਤੋਂ ਭਰਪੂਰ ਤ੍ਰਿਪਤੀ ਦੀ ਸਥਿਤੀ ਬਣੀ ਰਹੇ। ਪੰਜ ਕੋਸ਼ਾਂ ਦੀ ਭਾਵਨਾਤਮਕ ਪਿੱਠ ਭੂਮੀ ਇਹੋ ਹੈ। ਪੰਡਿਤ ਸ਼੍ਰੀ ਰਾਮ ਸ਼ਰਮਾਚਾਰਿਆ। ਪੁਸਤਕ ਦਾ ਨਾਮ ਬ੍ਰਹਮ ਵਰਚਸ ਸਾਧਨਾ ਦੀ ਧਿਆਨ ਧਾਰਨਾ। ਪੁਸਤਕ ਦੀ ਜਾਣਕਾਰੀ। ਸਾਰੇ ਮਨੁੱਖਾਂ ਦੇ ਸਰੀਰ ਇੱਕੋ ਜਿਹੇ ਹੀ ਹੁੰਦੇ ਹਨ। ਫਿਰ ਉਹ ਕੀ ਵਿਸ਼ੇਸ਼ਤਾ ਹੈ ਜਿਸ ਦੇ ਕਾਰਨ ਕੁਝ ਵਿਅਕਤੀਆਂ ਨੂੰ ਬਹੁਤ ਸਾਰੀਆਂ ਸਫਲਤਾਵਾਂ ਮਿਲਦੀਆਂ ਹਨ? ਉਹ ਵਿਸ਼ੇਸ਼ਤਾ ਹੈ ਮਾਨਸਿਕ ਸ਼ਕਤੀ। ਇਹ ਦਿਮਾਗ ਦੀ ਸ਼ਕਤੀ ਹੀ ਲੋਕ ਵਿਵਹਾਰ ਦੇ ਹੁਨਰ, ਸਿੱਖਿਆ, ਅਨੁਭਵ, ਕਲਾ, ਸ਼ਿਲਪਕਾਰੀ, ਪੈਸਾ ਕਮਾਉਣਾ ਜਾਂ ਸਾਧਨ ਵਰਗੀਆਂ ਯੋਗਤਾਵਾਂ ਨੂੰ ਵਿਕਸਤ ਅਤੇ ਜਾਗਰਿਤ ਕਰਦੀ ਹੈ। ਇਸੇ ਕਾਰਨ ਹਰ ਵਿਅਕਤੀ ਆਪਣੀ ਅਤੇ ਆਪਣਿਆਂ ਦੀ ਬੌਧਿਕ ਯੋਗਤਾ ਨੂੰ ਵਿਕਸਤ ਕਰਨ ਲਈ ਪੂਰੀ ਕੋਸ਼ਿਸ਼ ਕਰਦਾ ਹੈ। ਪਰ ਦਿਮਾਗ ਦਾ ਵਿਕਾਸ ਅਤੇ ਨਿਯੰਤਰਣ ਬਹੁਤ ਕਠਿਨ ਹੈ। ਅਜਿਹੇ ਹਾਲਾਤਾਂ ਵਿੱਚ ਕਿਹੜਾ ਮਾਰਗ ਸ਼੍ਰੇਸ਼ਟ ਹੈ ਜਿਸ ਦੇ ਰਾਹੀਂ ਆਤਮ ਨਿਯੰਤਰਣ ਸੰਭਵ ਹੈ? ਧਿਆਨ ਹੀ ਉਹ ਸਰਵਸ਼੍ਰੇਸ਼ਟ ਵਿਧੀ ਹੈ ਜਿਸ ਦੇ ਰਾਹੀਂ ਆਪਣੇ ਚਿੰਤਨ ਤੰਤਰ ਤੇ ਆਪਣਾ ਅਧਿਕਾਰ, ਆਪਣਾ ਨਿਯੰਤਰਣ ਸਥਾਪਿਤ ਕੀਤਾ ਜਾ ਸਕਦਾ ਹੈ। ਧਿਆਨ ਦੇ ਲਾਭ: ਅਨਘੜ ਦਿਮਾਗ ਦੀ ਉਛਲ ਕੂਦ ਨੂੰ ਕਾਬੂ ਕਰਨਾ, ਨਿਯੰਤਰਿਤ ਵਿਚਾਰ ਸ਼ਕਤੀ ਨੂੰ ਮਨਚਾਹੇ ਉਦੇਸ਼ਾਂ ਵਿੱਚ ਲਗਾਉਣਾ, ਇਕਾਗਰਤਾ ਰਾਹੀਂ ਬੌਧਿਕ ਪ੍ਰਖਰਤਾ ਉਤਪੰਨ ਕਰਨਾ, ਸੰਕਲਪ ਸ਼ਕਤੀ ਨੂੰ ਕਿਸੇ ਵੀ ਕੇਂਦਰ ਤੇ ਕੇਂਦਰਿਤ ਕਰਕੇ ਉੱਥੇ ਚਮਤਕਾਰੀ ਹਲਚਲਾਂ ਪੈਦਾ ਕਰਨਾ, ਚੇਤਨਾ ਦੀ ਰਹੱਸਮਈ ਪਰਤਾਂ ਨੂੰ ਆਪਣੇ ਹੀ ਮਨੋਬਲ ਨਾਲ ਉਭਾਰਨਾ, ਉਛਾਲਣਾ, ਅਣਚਾਹੇ ਕੁਸੰਸਕਾਰਾਂ ਦਾ ਖਾਤਮਾ, ਚੰਗੀ ਆਦਤਾਂ ਨੂੰ ਵਧਾਉਣਾ, ਪ੍ਰਤੀਕੂਲਤਾਵਾਂ ਦੇ ਵਿਚਕਾਰ ਸੰਤੁਲਨ ਬਣਾ ਕੇ ਰੱਖਣਾ, ਵਿੱਚ ਆਨੰਦ ਅਤੇ ਖੁਸ਼ੀ ਦੀ ਮਨੋਭੂਮੀ ਬਣਾਈ ਰੱਖਣਾ, ਆਪਣੇ ਵਿਚਾਰਾਂ ਦੇ ਸੰਪਰਕ ਖੇਤਰ ਨੂੰ ਪ੍ਰਭਾਵਿਤ ਕਰਨਾ ਅਤੇ ਵਾਤਾਵਰਣ ਵਿੱਚ ਸੁਖ ਸ਼ਾਂਤੀ ਨੂੰ ਵਧਾਉਣਾ ਲੋਕ ਮੰਗਲ ਦਾ ਮਾਰਗ ਹੈ। ਪੁਸਤਕ ਦੇ ਕੁਝ ਪ੍ਰਸ਼ਨ: ਦਿਮਾਗ ਦਾ ਕੀ ਮਹੱਤਵ ਹੈ? ਆਪਣੇ ਹਾਲਾਤਾਂ ਉੱਤੇ ਕਿਵੇਂ ਕਾਬੂ ਪਾਇਆ ਜਾ ਸਕਦਾ ਹੈ? ਬ੍ਰਹਮ ਵਰਚਸ ਸਾਧਨਾ ਕੀ ਹੁੰਦੀ ਹੈ ਅਤੇ ਉਸਦੇ ਕੀ ਲਾਭ ਹਨ? ਪ੍ਰਤੀਕੂਲਤਾਵਾਂ ਵਿਚਕਾਰ ਰਹਿਣ ਵਾਲਿਆਂ ਦੀ ਦ੍ਰਿੜਤਾ ਬਣੀ ਰਹਿਣ ਦਾ ਕੀ ਕਾਰਨ ਹੈ? ਧਿਆਨ ਧਾਰਨਾ ਦੀ ਪ੍ਰਖਰਤਾ ਅਤੇ ਮਹੱਤਵ ਕਿੰਨਾ ਗੱਲਾਂ ਤੇ ਨਿਰਭਰ ਕਰਦਾ ਹੈ? ਸੂਖਮ ਜਗਤ ਨਾਲ ਆਦਾਨ ਪ੍ਰਦਾਨ ਕਿਵੇਂ ਕੀਤਾ ਜਾ ਸਕਦਾ ਹੈ? ਧਿਆਨ ਕਰਦੇ ਸਮੇਂ ਵਾਤਾਵਰਣ ਦਾ ਕੀ ਪ੍ਰਭਾਵ ਪੈਂਦਾ ਹੈ? ਦਿਵਯ ਦਰਸ਼ਨ ਦਾ ਕੀ ਅਰਥ ਹੈ? ਕੁੰਡਲਨੀ ਜਾਗਰਣ ਦੇ ਵੱਖ-ਵੱਖ ਚਰਨ ਕੀ ਹਨ? ਸਾਧਨਾ ਦੀ ਸਫਲਤਾ ਅਤੇ ਅਸਫਲਤਾ ਦੇ ਕੀ ਚਿੰਨ੍ਹ ਹਨ? ਈਸ਼ਵਰੀ ਕਿਰਪਾ ਅਤੇ ਦੈਵੀ ਅਨੁਦਾਨ ਕਿਵੇਂ ਪ੍ਰਾਪਤ ਹੁੰਦੇ ਹਨ? ਇਹਨਾਂ ਸਾਰੇ ਸਵਾਲਾਂ ਦੇ ਉੱਤਰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੈ ਪੁਸਤਕ ਜੋ ਸਾਧਨਾ ਦੀ, ਧਿਆਨ ਧਾਰਨਾ ਦੀ ਕ੍ਰਮ ਵਿਵਸਥਾ ਸਮਝਾਉਂਦੀ ਹੈ। ਪੁਸਤਕ ਦੇ ਕੁਝ ਅੰਸ਼: ਕੁੰਡਲਨੀ ਆਤਮ ਸ਼ਕਤੀ ਹੈ। ਜਦੋਂ ਉਹ ਪ੍ਰਚੰਡ ਹੁੰਦੀ ਹੈ ਤਾਂ ਉਹ ਅੰਦਰੂਨੀ ਕਮਜ਼ੋਰੀਆਂ ਖਤਮ ਹੁੰਦੀਆਂ ਹਨ ਜੋ ਸਾਨੂੰ ਆਦਰਸ਼ ਜੀਵਨ ਦੇ ਮਾਰਗ ਤੇ ਅੱਗੇ ਵਧਣ ਤੋਂ ਰੋਕਣ ਵਾਲੀਆਂ ਸਭ ਤੋਂ ਵੱਡੀਆਂ ਰੁਕਾਵਟਾਂ ਹਨ। ਸ਼੍ਰੇਸ਼ਟਤਾ ਦੀ ਕਲਪਨਾ ਕਰਦੇ ਰਹਿਣਾ ਅਤੇ ਨੀਚਤਾ ਦੇ ਮਾਰਗ ਤੇ ਚੱਲਦੇ ਰਹਿਣਾ, ਇਹੀ ਹੈ ਆਤਮਿਕ ਕਮਜ਼ੋਰੀ ਦਾ ਸਭ ਤੋਂ ਵੱਡਾ ਸਬੂਤ। ਆਤਮਿਕ ਤਰੱਕੀ ਦਾ ਸਿੱਧਾ ਮਤਲਬ ਹੈ ਆਤਮ ਵਿਸਥਾਰ, ਆਪਣੇ ਆਪ ਨੂੰ ਵੱਧ ਤੋਂ ਵੱਧ ਵਿਆਪਕ ਬਣਾਉਣਾ। ਸਾਡੇ ਸਾਰਿਆਂ ਦੀ ਮਾਨਤਾ ਵਸੁਦੈਵ ਕੁਟੁੰਬਕਮ ਦੇ ਰੂਪ ਵਿੱਚ ਬਦਲਣ ਦੀ ਅਤੇ ਆਤਮਵਤ ਸਰਵਭੂਤੇਸ਼ੂ ਦੇ ਰੂਪ ਵਿੱਚ ਵਿਕਸਤ ਹੁੰਦੀ ਹੈ। ਸੰਕੀਰਣ ਮਨੁੱਖ ਨਰ ਹੈ ਅਤੇ ਸ਼੍ਰੇਸ਼ਟ ਬਣ ਜਾਣ ਤੇ ਉਹ ਨਾਰਾਇਣ ਬਣ ਜਾਂਦਾ ਹੈ। ਵਿਸ਼ਨੂੰ ਭਗਵਾਨ ਸ਼ੇਸ਼ ਸਈਆ ਤੇ ਸੁੱਤੀ ਅਵਸਥਾ ਵਿੱਚ ਪਏ ਰਹਿੰਦੇ ਹਨ, ਪਰ ਉਹਨਾਂ ਨੂੰ ਜਗਾਇਆ ਜਾ ਸਕੇ ਤਾਂ ਸਮੇਂ-ਸਮੇਂ ਤੇ ਅਵਤਾਰ ਲੀਲਾ ਦੀ ਸ਼ਕਤੀ ਦਰਸਾਉਂਦੇ ਹਨ। ਆਤਮ ਸੱਤਾ ਵੀ ਸੁੱਤੀ ਪਈ ਹੋਈ ਹਾਸੇ ਮਜ਼ਾਕ ਦਾ ਕਾਰਨ ਬਣਦੀ ਹੈ। ਪਰ ਜੇਕਰ ਕੁੰਡਲਨੀ ਜਾਗਰਣ ਵਰਗੇ ਸਾਧਨਾ ਦਾ ਪ੍ਰਯੋਗ ਰਾਹੀਂ ਜਾਗਰਿਤ ਕੀਤਾ ਜਾਵੇ ਤਾਂ ਉਸਦੀ ਅਲੌਕਿਕ ਗਤੀਵਿਧੀਆਂ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ। ਸਾਧਨਾ ਦੁਆਰਾ ਜਿਨ੍ਹਾਂ ਸ਼ਕਤੀ ਕੇਂਦਰਾਂ ਨੂੰ ਜਗਾਇਆ ਜਾ ਸਕਦਾ ਹੈ ਅਤੇ ਜੀਵਨ ਖੇਤਰਾਂ ਵਿੱਚ ਜਿਨ੍ਹਾਂ ਦੇ ਚਮਤਕਾਰ ਦੇਖੇ ਜਾ ਸਕਦੇ ਹਨ, ਉਹਨਾਂ ਦੀ ਗਿਣਤੀ ਅਣਗਿਣਤ ਹੈ। ਪਰ ਇਹਨਾਂ ਵਿੱਚ 6 ਮੁੱਖ ਹਨ। ਇਹਨਾਂ ਨੂੰ ਸ਼ਠ ਚੱਕਰ ਕਿਹਾ ਜਾਂਦਾ ਹੈ। ਜੀਵਨੀ ਸ਼ਕਤੀ ਇੱਕ ਵਿਸ਼ੇਸ਼ ਸ਼ਕਤੀ ਹੈ ਜੋ ਸਰੀਰ ਨੂੰ ਜੀਵਤ ਰੱਖਣ ਵਿੱਚ, ਜੀਵਨ ਨੂੰ ਸਮਰਥ ਅਤੇ ਪ੍ਰਸੰਨ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਫਿਰ ਵੀ ਉਹ ਮਾਸ ਅਤੇ ਖੂਨ ਤੋਂ ਪੈਦਾ ਨਹੀਂ ਹੁੰਦੀ। ਉਸਦਾ ਸਰੋਤ ਆਤਮਾ ਦੀਆਂ ਡੂੰਘੀਆਂ ਪਰਤਾਂ ਦੇ ਨਾਲ ਜੁੜਿਆ ਹੁੰਦਾ ਹੈ। ਉੱਥੋਂ ਉਹ ਵੇਗ ਨਾਲ ਉੱਪਰ ਆਉਂਦੀਆਂ ਹਨ ਅਤੇ ਸਰੀਰ ਅਤੇ ਮਨ ਨੂੰ ਆਪਣੇ ਅਨੁਦਾਨ ਦੇ ਕੇ ਮਜ਼ਬੂਤ ਬਣਾਉਂਦੀ ਹੈ।
ਸਥੂਲ ਜਗਤ ਤੋਂ ਅਸੀਂ ਅਨੇਕਾਂ ਲਾਭ ਆਪਣੇ ਯਤਨਾਂ ਰਾਹੀਂ ਪ੍ਰਾਪਤ ਕਰਦੇ ਰਹਿੰਦੇ ਹਾਂ। ਸੂਖਮ ਜਗਤ ਦੀ ਵਿਭੂਤੀਆਂ ਹੋਰ ਵੀ ਅਥਾਹ ਹਨ। ਉਹਨਾਂ ਨੂੰ ਆਕਰਸ਼ਿਤ ਕਰਨਾ ਪ੍ਰਚੰਡ ਮਨੋਬਲ ਦੇ ਰਾਹੀਂ ਸੰਭਵ ਹੁੰਦਾ ਹੈ। ਉਸਨੂੰ ਪੈਦਾ ਕਰਨ ਦੇ ਲਈ ਧਿਆਨ ਯੋਗ ਦੀ ਪ੍ਰਕਿਰਿਆ ਬਹੁਤ ਪ੍ਰਭਾਵਸ਼ਾਲੀ ਸਾਬਤ ਹੁੰਦੀ ਹੈ। ਪੁਸਤਕ ਦੇ ਕੁਝ ਬਿੰਦੂ: ਬ੍ਰਹਮ ਵਰਚਸ ਸਾਧਨਾ ਦਾ ਉਪਕ੍ਰਮ, ਪੰਚਮੁਖੀ ਗਾਇਤਰੀ ਦੀ ਉੱਚ ਪੱਧਰੀ ਸਾਧਨਾ ਦਾ ਸਰੂਪ, ਉੱਚ ਸਤਰੀ ਗਾਇਤਰੀ ਸਾਧਨਾ, ਪੰਚਕੋਸ਼ ਜਾਗਰਣ ਦੀ ਧਿਆਨ ਧਾਰਨਾ, ਉੱਚ ਪੱਧਰੀ ਗਾਇਤਰੀ ਸਾਧਨਾ, ਕੁੰਡਲਨੀ ਜਾਗਰਣ ਦੀ ਧਿਆਨ